सियालकोट के नवाही गांव जोशन जट्टा में जुल्म और बर्बरियत की एक नई मिसाल कायम कर दी। डेरेदार ने अपने डेरे पर बुलाकर गरीब वालिद और उसके बेटे को पहले कान पकड़वाए, वहशियाना तशद्दुद का निशाना बनाता रहा और फिर बाप की आंखों के सामने नौजवान बेटे को सर में गोली मारकर कत्ल कर दिया। ये जुल्म के पीछे हकाइक हैं क्या, क्यों ये जुल्म की दास्तान जो है वो रकम की गई और पुलिस ने इसमें खास तौर पर अपना क्या किरदार अदा किया, वो बताएंगे आज के इस व्लॉग में। अस्सलाम वालेकुम नाजरीन, मैं हूं सलमान कुरैशी और आप देख रहे हैं मेरा डिजिटल चैनल। नाजरीन, सियालकोट का एक इलाका है जिसका मुतल्लका थाना फ्लोरा है और इसका नवाही गांव है जोशन जट्टा। यहाँ पर एक नंबरदार ने और जो चौधरी है इस गांव का, जिसका नाम है चौधरी आदर, उसने जुल्म और बर्बरियत की एक ऐसी मिसाल कायम की कि आज से पहले सिंध के इलाका में ऐसे वाकयात सुनने को मिलते थे या इलाका गैर में ऐसे वाकयात सुनने को मिलते थे, लेकिन पंजाब के शहर सियालकोट में इस तरह का जुल्म आज से पहले देखने को नहीं मिला। एक जालिम चौधरी ने अपने करिंदों के साथ मिलकर गरीब वालिद और उसके बेटे को अपने डेरे पर बुलाया, डेरे पर बुलाकर उनके साथ क्या सलूक किया जाता रहा, फिर किस तरह से उनके बेटे को कत्ल किया, ये तमाम बात करने के लिए हमारे साथ इस वक्त वो गमज़दा ख़ानदान मौजूद है। सबसे पहले उस ऐनी शाहिद वालिद की जानिब रुख करेंगे जिसकी आंखों के सामने जिसके साथ क्या सलूक किया जाता रहा और फिर इसकी आंखों के सामने इसी के बेटे को बेदर्दी के साथ कत्ल कर दिया गया और पुलिस ने इसमें क्या किरदार अदा किया, इन्हीं की जुबानी आपको सुनाते हैं। बड़ा अफसोसनाक वाकया है बड़े की होया, की कसूर सी ਤੁਹਾਡਾ? ਬਸ ਕੋਈ ਕਸੂਰ ਆਉਂਦੇ ਨੇ ਸਾਡੀ ਮੁਕਬਲੀ ਕਰਦੇ ਉਹ ਤੋਂ ਦੀ ਗੱਲਾਂ ਆਖਿਆ ਅਸੀਂ ਨਹੀਂ ਕਰਦੇ। ਇੱਥੇ ਚੌਧਰੀ ਨਜ਼ੀਰ ਆਇਆ ਬੁਲਾਉਣ ਵਾਸਤੇ ਸਾਨੂੰ, ਜਦੋਂ ਉਹਨੇ ਬੁਲਾਇਆ ਨਾ ਸਾਨੂੰ ਤੇ ਇੱਥੇ ਉਹਨੂੰ ਚਾਹ ਸ਼ਾਹਾਂ ਪਿਲਾਈਏ। ਕਹਿੰਦਾ ਤੁਹਾਨੂੰ ਚੌਧਰੀ ਆਦਰ ਬੁਲਾ ਰਿਹਾ, ਕੋਈ ਗੱਲਬਾਤ ਕਰਨੀ ਹੈ। ਕਹਿੰਦਾ ਮੇਰੀ ਆ ਕੇ ਤੇ ਗੱਲ ਸੁਣ ਜੀ, ਅਸੀਂ ਗਏ ਆ। ਕਹਿੰਦਾ ਤੂੰ ਹਾਂ ਮੇਰੀ ਗੱਲ ਕੀਤੀ? ਆਖਿਆ ਨਹੀਂ ਕੀਤੀ। ਤੇ ਕੋ ਕੀ ਸਬੂਤ ਹੈ? ਉਹਨੇ ਆਖਿਆ ਜੀ ਮੇਰੇ ਕੋਲ ਸਬੂਤ ਹੈ ਨਸੀਬ ਮਿਸਤਰੀ ਉਹਨੇ ਟੈਲੀਫੋਨ ਖੁਦ ਕੀਤਾ ਚੌਧਰੀ ਆਦਰ ਨੇ। ਮੁੜ ਕੇ ਸਾਨੂੰ ਪਹਿਲਾਂ ਉਹਨਾਂ ਡੰਡਿਆਂ ਸੋਟਿਆਂ ਨਾਲ ਤੌਣੀ ਇੱਕ ਲਾ ਲਈ ਸੀ। ਜਦੋਂ ਮਿਸਤਰੀ ਨੂੰ ਸੀਗ ਆਇਆ ਨਾ, ਉਹਨੇ ਆਖਿਆ ਜੀ ਮੈਂ ਮਾਨਕਾ ਆਉਣਾ ਵਾ ਤੇ ਇਹਨਾਂ ਗੱਲ ਕੀਤੀ ਹੈ ਪੀਰਾਂ ਦੇ ਡੇਰੇ ਦੇ ਮਿੱਟੀ ਪਾਉਂਦੇ। ਆਖਿਆ ਹਾਂ ਕੋਈ ਨਹੀਂ ਕੀਤੀ। ਉਹ ਕਹਿੰਦਾ ਨਹੀਂ ਤੁਹਾਂ ਕੀਤੀ। ਉਹਨੇ ਆਖਿਆ ਮੈਂ ਮਾਨਕਾ ਆਉਣਾ ਨੇ ਕੀਤੀ ਹੈ। ਮੁੜ ਕੇ ਉਹਨੇ ਵੀ ਮੇਰਾ ਗਲਮਾ ਫੜ ਲਿਆ ਮਿਸਤਰੀ ਨਸੀਰ ਨੇ। ਉਹਨਾਂ ਸਾਨੂੰ ਮੁੜ ਕੇ ਡੰਡਿਆਂ ਸੋਟਿਆਂ ਨਾਲ ਮਾਰਿਆ ਬੇਸਾਬਾ, ਜੁੱਤੀਆਂ ਵੀ ਚਕਾਈਆਂ ਨੇ ਮੂੰਹ ਨਾਲ। ਉਹਨਾਂ ਬੇਸਾਬੀ ਸਾਡੇ ਨਾਲ ਜ਼ਾਤੀ ਕੀਤੀ ਹੈ, ਮੇਰੀ ਬਾਂਹ ਤੋੜ ਛੜੀ ਹੈ ਬੱਟ ਮਾਰ ਕੇ। ਫਿਰ ਸੋਟੇ ਮਾਰੇ ਮੇਰੇ ਗੋਡਿਆਂ ਦੇ, ਮੇਰੇ ਮੋਢਿਆਂ ਦੇ, ਹਰ ਜਗ੍ਹਾ 'ਤੇ ਸੋਟੇ ਮਾਰ ਕੇ ਤੇ ਉਹਨਾਂ ਵੀ ਤੋੜਿਆ। ਫਿਰ ਬਾਅਦ 'ਚ ਮੇਰੇ ਪੁੱਤ ਨੂੰ ਉਹਨੇ ਗਲਮੀਆਂ ਪਿੱਛੋਂ ਫੜਿਆ, ਮੁੰਡਾ ਵਿਕਾਸ ਹੈ, ਉਹਨੇ ਫਿਰ ਗੋਲੀ ਮਾਰ ਦਿੱਤੀ ਆਪਣੇ, ਉਹਨੇ ਗੇਟ 'ਤੇ ਵਿਸ਼ਕਾਰ ਕਰਕੇ। ਕੰਨ ਵੀ ਫੜਾਈ ਰੱਖੇ ਮੇਰੇ ਬੱਚੇ ਨੂੰ, ਵਿਕਾਸ ਨੂੰ। ਮੂੰਹ ਨਾਲ ਜੁੱਤੀ ਵੀ ਚਕਾਈ। ਫਿਰ ਉਹਨਾਂ ਡੰਡੇ ਸੋਟੇ ਮਾਰੇ। ਜਦੋਂ ਬਾਹਰ ਦੇ ਗੇਟ ਕੋਲ ਲਿਆ ਕੇ ਉਹਨਾਂ ਫਿਰ ਫੈਲ ਮਾਰ ਦਿੱਤਾ। ਉੱਥੇ ਮੇਰੇ ਫਿਰ ਪੁੱਤਰ ਦੀ ਡੈਥ ਹੋ ਗਈ ਹੈ। ਜਦੋਂ ਡੈਥ ਹੋ ਗਈ, ਅਸੀਂ ਪੁਲਿਸ ਨੂੰ ਟੈਲੀਫੋਨ ਕੀਤਾ। 2 ਘੰਟਿਆਂ ਬਾਅਦ ਜਨਾਬ ਪੁਲਿਸ ਆਈ। ਉਸ ਤੋਂ ਬਾਅਦ ਅਸੀਂ ਥਾਣੇ ਵੀ ਗਏ ਹਾਂ। ਫਿਰ ਪਸਲੂਰ ਬੱਚਾ ਮੇਰਾ ਰੱਖੀਏ ਕਿ ਰੱਖਿਆ ਉਹਨਾਂ 8 ਪੈਰ ਉੱਥੇ। ਸਾਡੀ ਕਿਸੇ ਨੇ ਗਰੀਬਾਂ ਬੰਦਿਆਂ ਦੀ ਸੁਣੀ ਨਹੀਂ। ਫਿਰ ਉਹਨਾਂ ਬੂਰੀਆਂ ਜ਼ਮਾਨਤਾਂ ਕਰਾਈਆਂ ਨੇ ਤੇ ਮੁੜ ਕੇ ਕਿਸੇ ਨੇ ਉਹਨਾਂ ਨੂੰ ਪੁੱਛਿਆ ਗਿੱਛਿਆ ਨਾ, ਪੁਲਿਸ ਨੇ ਉਹਨਾਂ ਨੂੰ ਗ੍ਰਿਫਤਾਰ ਕੀਤਾ। ਵੱਡਾ ਕਸੂਰ ਕੀ ਸੀ ਤੁਹਾਡਾ? ਬਸ ਇਹੋ ਜਾਂਦੇ ਨੇ ਸਾਡੀ ਤੁਸੀਂ ਗੱਲਬਾਤ ਕਰਦੇ ਹੋ। ਆਖਿਆ ਅਸੀਂ ਨਹੀਂ ਕਰਦੇ, ਮਤਲਬ ਗੱਲਾਂ ਕਰਦੇ ਹੋ? ਹਾਂ ਗੱਲਾਂ ਕਰਦੇ ਉਹ ਤੋਂ ਦੀ। ਹਾਂ ਚੌਧਰੀ ਨੂੰ ਗੁੱਸਾ ਆ ਗਿਆ, ਉਹਨਾਂ ਨੂੰ ਇਸ ਗੱਲ ਦਾ ਗੁੱਸਾ ਆਇਆ। ਇਹ ਗੱਲ ਤੋਂ ਆ ਕੇ ਉਹਨਾਂ ਆਖਿਆ ਤੇਰਾ ਮੈਂ ਖਾਨਦਾਨ ਹੀ ਮੁਕਾ ਲੈਣਾ। ਸਾਨੂੰ ਬੜੀਆਂ ਉਹਨਾਂ ਧਮਕੀਆਂ ਦਿੱਤੀਆਂ ਨੇ। ਇਹ ਗੱਲ ਤੋਂ ਆ ਕੇ ਸਾਨੂੰ ਆਂਦੇ ਹਾਂ ਤੁਸੀਂ ਮੰਨੋ। ਆਖਿਆ ਤੇਰੀ ਗੱਲਬਾਤ ਹੀ ਕੋਈ ਨਹੀਂ ਕੀਤੀ, ਪਿੰਡ ਪੂਰਾ ਇਕੱਠਾ ਕਰ। ਉਹਨਾਂ ਦੀ ਕਿਸੇ ਨੇ ਸੁਣੀ ਨਹੀਂ। 8 ਬੰਦੇ ਹਨ ਸਾਨੂੰ ਜਨਾਬ ਮਾਰਨ ਵਾਲੇ। ਉਹਨਾਂ 8 ਬੰਦਿਆਂ ਮਾਰਿਆ ਸਾਨੂੰ। ਫਿਰ ਮੇਰੇ ਪੁੱਤਰ ਨੂੰ ਉਹਨਾਂ ਗੇਟ 'ਤੇ ਲਿਆ ਕੇ ਨਾ ਤੇ ਗੋਲੀ ਮਾਰ ਛੜੀ। ਉੱਥੇ ਮੇਰੇ ਪੁੱਤਰ ਦੀ ਡੈਥ ਹੋ ਗਈ ਹੈ। ਮੈਂ ਆਪਣੀਆਂ ਅੱਖਾਂ ਨਾਲ ਹਰ ਦੋਏ ਪਿਓ ਪੁੱਤਰ ਅਸੀਂ ਮੌਜੂਦ ਸਾਂ ਜਦੋਂ ਸਾਨੂੰ ਸੱਦ ਕੇ ਖੜਿਆ। ਤੇ ਕਿੰਨੇ ਘੰਟੇ ਤੁਹਾਨੂੰ ਉੱਥੇ ਰੱਖਿਆ ਉਹਨਾਂ ਨੇ? ਉੱਥੇ 2 ਘੰਟੇ ਲੱਗੇ ਨੇ। ਤੇ ਐਂਡ 'ਚ ਗੋਲੀ ਮਾਰੀ? ਐਂਡ ਤੇ ਫਿਰ ਉਹਨਾਂ ਗੋਲੀ ਮਾਰ ਦਿੱਤੀ ਹੈ ਮੇਰੇ ਪੁੱਤਰ ਨੂੰ। ਗਲਮੇ ਤੋਂ ਚੌਧਰੀ ਆਦਲ ਨੇ ਫੜੀ ਰੱਖਿਆ, ਜਿਹੜੇ ਉਹਨੇ ਗੁੰਡੇ ਰੱਖੇ ਨੇ ਨਾ ਨਾਲ, ਤੇ ਉਹਨੇ ਗੋਲੀ ਮਾਰਤੀ ਮੁੰਡੇ ਵਿਕਾਸ ਨੇ। ਉਹ ਅੰਦਰ ਜੇਲ੍ਹ ਵਿੱਚ, ਇੱਕ ਨਾਲ ਹੋਰ ਮੁੰਡਾ। ਕਿੱਥੇ ਚੌਧਰੀ ਹੁੰਦਾ ਇਸ ਟਾਈਮ? ਕੋਈ ਪਤਾ ਨਹੀਂ ਕਿੱਥੇ ਹੈ। ਬਾਹਰ ਆਉਂਦੇ ਨੇ ਨੱਠ ਗਿਆ, ਕਦੇ ਆਉਂਦੇ ਨੇ ਬਾਹਰ ਨੱਠ ਗਿਆ, ਕਦੇ ਆਉਂਦੇ ਨੇ ਪਾਕਿਸਤਾਨ। ਇਹ ਨਹੀਂ ਪਤਾ ਕਿੱਥੇ ਹੈ। ਤੇ ਪੁਲਿਸ ਕੀ ਕਹਿੰਦੀ ਹੈ? ਪੁਲਿਸ ਵਾਲਿਆਂ ਉਹਨੂੰ ਫੜਿਆ ਨਹੀਂ, ਉਹਦੇ ਮਗਰ ਹੀ ਕੋਈ ਨਹੀਂ ਗਿਆ ਅੱਜ ਤੱਕ। ਅੱਗੇ ਵੀ 2-3 ਉਹਨੇ ਕਤਲ ਸ਼ਤਲ ਕੀਤੇ ਨੇ, ਪੈਸੇ ਦੇ ਕੇ ਛੁੱਟ ਜਾਂਦਾ ਰਿਹਾ। ਹੁਣ ਵੀ ਉਹਨੇ ਪੈਸਾ ਦੇ ਕੇ ਆਪਣੀਆਂ ਜ਼ਮਾਨਤਾਂ ਬੰਦਿਆਂ ਦੀਆਂ ਕਰਾ ਲਈਆਂ ਨੇ। ਆਪ ਹੀ ਅੱਜ ਤੱਕ ਪੇਸ਼ ਨਹੀਂ ਹੋਇਆ। ਨਾ ਪੁਲਿਸ ਨੇ ਉਹਦੇ ਚਾਚਿਆਂ ਬਾਬਿਆਂ ਨੂੰ ਭਰਾਵਾਂ ਨੂੰ ਅੱਜ ਤੱਕ ਫੜਿਆ ਹੀ ਨਹੀਂ। ਤੁਸੀਂ ਕੀ ਕਰਦੇ ਸੀ? ਅਸੀਂ ਮਜ਼ਦੂਰੀ ਕਰਨੇ ਜੀ। ਮਜ਼ਦੂਰੀ? ਪਹਿਲੇ ਕਿੱਥੇ ਰਿਟਾਇਰਡ ਕਿੱਥੋਂ? ਪਹਿਲਾਂ ਫੌਜ 'ਚ ਹਾਂ, ਇੱਥੋਂ ਮੈਂ ਬਾਅਦ ਦਾ ਰਿਟਾਇਰਮੈਂਟ ਹੋਇਆ। ਤੇ ਆਪਣੇ ਮਹਿਕਮੇ ਨੂੰ, ਫੌਜ ਨੂੰ ਨਹੀਂ ਦੱਸਿਆ? ਨਹੀਂ, ਫੌਜ ਨੂੰ ਨਹੀਂ ਦੱਸਿਆ। ਉੱਥੇ ਨਹੀਂ ਲੈਣ ਗਏ ਇਨਸਾਫ? ਨਹੀਂ, ਉੱਥੇ ਤੱਕ ਤਾਂ ਇਹ ਤੱਕ ਗਏ ਨਹੀਂ। ਇਹ ਮਾਰਿਆ ਮੈਂ ਦੇਖ ਲਈਏ ਪੁਲਿਸ ਕੀ ਗਵਰਨਮੈਂਟ ਕਰਦੀ ਹੈ। ਇਹਨਾਂ ਸਾਡੇ ਨਾਲ ਕੁਝ ਵੀ ਨਹੀਂ ਕੀਤਾ। ਉਹਨਾਂ ਬੰਦਿਆਂ ਦੀਆਂ ਜ਼ਮਾਨਤਾਂ ਹੋਈਆਂ ਨੇ,
ਪੱਕੀਆਂ 3 ਮਹੀਨੇ ਵਾਸਤੇ, ਪਹਿਲਾਂ ਬੂਰੀਆਂ ਕਰਾਈਆਂ ਫਿਰ ਉਹਨਾਂ ਪੱਕੀਆਂ ਕਰਾ ਲਈਆਂ ਨੇ ਪੈਸਾ ਚਾੜ ਕੇ। ਸਾਨੂੰ ਕੋਈ ਇਨਸਾਫ ਅਜੇ ਤੱਕ ਨਹੀਂ ਮਿਲਿਆ। ਅਸੀਂ ਆਨੇ ਸਾਨੂੰ ਇਨਸਾਫ ਮਿਲੇ, ਸਾਨੂੰ ਇਨਸਾਫ ਚਾਹੀਦਾ ਹੈ ਬੱਚੇ ਦਾ, इंसाफ नहीं हानू मिल रहा, इंसाफ नहीं मिल रहा। हाँ जी। नाजरीन, जुल्म और बर्बरियत की एक मिसाल कायम कर दी गई है। जिस तरह बाप को भी मुर्गा बनाया गया, तशद्दुद किया गया, बेदर्दी के साथ जो है इनके बेटे को इन्हीं की आंखों के सामने सर में गोली मारकर कत्ल कर दिया गया। हमारे साथ भाई भी मौजूद है। तबीयत काफ़ी नासाज है क्योंकि वो कभी मजदूरी करने जा रहा है, कभी नहीं जा रहा, खौफ और आस में भी मुब्तला है और पूरा गाँव इस वक्त इन मजलूमों का साथ नहीं दे रहा बल्कि जालिमों के साथ मिल चुका है। इनसे हमने एक गुफ्तगू की, कहा कि कोई आपके लिए आवाज़ उठाने के लिए तैयार है। वो कहते हैं कि नहीं, तमाम लोग जो हैं इस वक्त वो दूसरी पार्टी के साथ मिल चुके हैं और इन पर दबाव डाला जा रहा है, धमकियां भी दी जा रही हैं। इन्हीं की जुबानी सुनते हैं। भाई की ਇਹਦੇ ਤੋਂ ਬਾਅਦ ਕੀ ਚੱਲ ਰਿਹਾ ਹੁਣ ਤੁਹਾਡੀ ਜ਼ਿੰਦਗੀ ਦੇ ਵਿੱਚ? ਬਈ ਕੁਝ ਨਹੀਂ, ਅਸੀਂ ਘਰ ਤੋਂ ਬਾਹਰ ਵੀ ਨਹੀਂ ਜਾ ਸਕਦੇ। ਛੋਟੀਆਂ ਛੋਟੀਆਂ ਦੀਵਾਰਾਂ ਨੇ, ਕੋਈ ਵੀ ਆ ਸਕਦਾ ਹੈ, ਛੱਤ ਉੱਤੋਂ ਦੀ ਵੀ ਆ ਸਕਦਾ ਹੈ। ਕੁੰਡੀਆਂ ਮਾਰ ਕੇ ਸੌਂਦੇ ਆ, ਇੱਕ ਅੰਦਰ ਸਾਰੇ ਇਕੱਠੇ ਹੋ ਗਏ। ਬਹੁਤ ਧਮਕੀਆਂ ਜ਼ਿਆਦਾ। ਕੌਣ ਦਿੰਦਾ ਹੈ? ਚੌਧਰੀ ਆਦਲ ਦਾ ਭਰਾ ਆਂਦਾ, ਉਹ ਦਿੰਦਾ ਧਮਕੀਆਂ। ਅੱਗੋਂ ਦਾ ਇੱਕ ਗਨਮੈਨ ਹੈ, ਉਹ ਆਂਦਾ। ਤੇ ਸ਼ਬਾਜ਼ ਦੀ ਅੰਮੀ ਆਂਦੀ ਹੈ, ਵਿਕਾਸ ਦੀ ਅੰਮੀ ਆਂਦੀ ਹੈ। ਮਤਲਬ ਲੋਕੀ ਆਂਦੇ ਨੇ ਆ ਕੇ ਧਮਕੀਆਂ ਦਿੰਦੇ ਨੇ, ਜਿਹੜੇ ਨਾਲ ਤੁਸੀਂ ਸੁਲ੍ਹਾ ਨਾ ਕੀਤੀ ਤੇ ਤੁਹਾਡੇ ਦੂਜੇ ਵੀ ਮਾਰ ਦਿਆਂਗੇ। ਤੇ ਚੌਧਰੀ ਆਦਲ ਕਹਿੰਦਾ ਮੈਂ ਗੁੰਡਾ ਵਾਂ, ਮੈਨੂੰ ਅੱਜ ਤੱਕ ਕਿਸੇ ਨੇ ਜਿਹੜਾ ਨਾ ਨੱਥ ਨਹੀਂ ਪਾਈ, ਮੈਂ ਤੇਰਾ ਸਾਰਾ ਖਾਨਦਾਨ ਜਿਹੜਾ ਨਾ ਮੁਕਾ ਦੇਣਾ, ਮੈਂ ਤੇਰੇ ਦੂਸਰੇ ਪੁੱਤਰਾਂ ਨੂੰ ਵੀ ਮਾਰ ਦੇਣਾ। ਇਹ ਧਮਕੀਆਂ ਦਿੰਦਾ? ਹਾਂਜੀ, ਇਹ ਧਮਕੀਆਂ ਦੇ ਰਹੇ। ਤੇ ਪੁਲਿਸ ਨੂੰ ਨਹੀਂ ਦੱਸਦੇ? ਪੁਲਿਸ ਨੂੰ ਦੱਸਨੇ ਆ ਭਾਈ, ਕੋਈ ਕਾਰਵਾਈ ਨਹੀਂ ਕਰਦੇ ਪਿਆ। ਕੁਛ ਨਹੀਂ ਕਰਦੀ? ਨਹੀਂ ਭਾਈ, ਕੁਝ ਨਹੀਂ ਕਹਿ ਰਹੇ। ਮੁਤਾਬਲਾ ਹੈ ਇਹ ਮਰਜ਼ਨ ਨਵਾਜ਼ ਅੱਗੇ ਸਾਡੀ ਗੁਜ਼ਾਰਿਸ਼ ਹੈ ਵਜ਼ੀਰ ਪੰਜਾਬ ਅੱਗੇ, ਤੇ ਅਪੀਲ ਕਰਨੇ ਆ ਸਾਨੂੰ ਇਨਸਾਫ ਮਿਲਣਾ ਚਾਹੀਦਾ। ਇਨਸਾਫ ਮਿਲਣਾ ਚਾਹੀਦਾ। ਤਵੱਕੋ ਹੈ ਇਨਸਾਫ ਦੀ? ਹਾਂਜੀ, ਇਨਸ਼ਾਅੱਲਾ ਇਨਸਾਫ ਮਿਲਣਾ ਚਾਹੀਦਾ ਸਾਨੂੰ। ਠੀਕ ਹੈ। ਹੁਣ ਕਿਵੇਂ ਗੁਜ਼ਰ ਬਸਰ ਕਰ ਰਹੇ ਹੋ? ਕਿੱਥੋਂ ਰੋਟੀ ਵਗੈਰਾ ਮਜ਼ਦੂਰੀ ਕਰਨ ਜਾਂਦੇ ਹੋ? ਨਹੀਂ ਭਾਈ, ਡਰ ਦੀ ਵਜ੍ਹਾ ਨਾਲ ਘਰੋਂ ਬਾਹਰ ਨਹੀਂ ਨਿਕਲਦੇ। ਮਜ਼ਦੂਰੀ ਕਿੱਧਰ ਕਰਨੀ ਹੈ? ਇੱਥੇ ਹੀ ਕਦੇ ਰੋਟੀ ਖਾ ਲਈਦੀ ਹੈ, ਕਦੇ ਪਾਣੀ ਪੀ ਕੇ ਗੁਜ਼ਾਰਾ ਕਰਕੇ ਸੌਂਈਦਾ ਭਾਈ। ये सूरत हाल है, अफसोसनाक सूरत हाल के कभी रोटी खा लेते हैं और कभी पानी पीकर गुजारा कर लेते हैं। इतने खौफ और आस में मुब्तला है और इन्हीं के भाई को कत्ल किया गया। ये कोई कातिल नहीं है, ये कोई जालिम नहीं है जिनके साथ ऐसा सलूक हो रहा है या ऐसी ज़िंदगी बसर करने पर मजबूर हो चुके हैं, बल्कि वो मजलूम है जिसका हमें साथ देने के लिए कहा गया, उनके साथ ऐसा सलूक हो रहा है। और मजीद एक भाई मौजूद है, उससे भी जान लेते हैं। भाई किवें हो गया सब कुछ, की कब हो गया देते? ਅਜੇ ਤੇ ਆਹੀ ਸਾਨੂੰ ਸਿਰ ਇਨਸਾਫ ਚਾਹੀਦਾ, ਸਹੀ ਜਾਂ ਨਹੀਂ? ਠੀਕ ਹੈ, ਉਹ ਫੜੇ ਜਾਣ ਸਾਰੇ, ਠੀਕ ਹੈ। ਉਹਨਾਂ ਦੇ ਭਰਾ ਵੀ ਆਏ ਨੇ ਕੱਲ ਪਰਸੋਂ ਦੇ, ਖੋਫ ਵੀ ਲੱਗਦਾ ਜਿੱਦਾਂ ਨੂੰ ਜਾਈਏ। ਅੱਜ ਗਏ ਹਾਂ ਦਿਹਾੜੀ ਲਾਉਣ ਕੋਈ ਮਹੀਨੇ ਬਾਅਦ, ਠੀਕ ਹੈ। ਸਾਰੇ ਖਲੋਤੇ ਸੜਕ ਦੇ ਉੱਤੇ, ਇਹ ਡਾਲੀ ਤੇ ਕਿਤੋਂ ਮੈਂ ਨੱਠਾ, ਇੱਕ ਮੋਟਰਸਾਈਕਲ ਆਇਆ, ਠੀਕ ਹੈ। ਉਹਦੇ ਉੱਤੇ ਬਹਿ ਕੇ ਫਿਰ ਮੈਂ ਘਰ ਆਇਆ, ठीक है। जिथे जाइए सिर्फ नहाने उठ के आईदा। बिल्कुल, ये आप समझ सकते हैं इनके हालात क्या हैं। ये खौफ व हरास में मुब्तला ख़ानदान है जिनके जवान बेटे को वालिद के सामने बेदर्दी के साथ कत्ल कर दिया गया। और उस कत्ल के बाद पुलिस ख़ास तौर पर क्या कार्रवाई कर रही है? पुलिस की तफ्तीश में जो नामजद मुल्ज़मान थे उनके हवाले से ज़ाहिरी सी बात है कुछ ऐसा लिखा गया होगा कि जिनकी गिरफ्तारी के बाद ज़मानतें भी हो गई। फ़िलहाल इस केस में 2 मुल्ज़मान गिरफ्तार हैं जिसमें एक वकास है और उसका साथी है, जबकि नंबरदार जिसके डेरे पर ये सारा वाक़या हुआ है वो कहाँ चला गया, ना पुलिस उसका जवाब दे रही है, ना इन्हें मालूम है। अभी तक उसकी भी गिरफ्तारी अमल में नहीं लाई जा सकी। ये खौफनाक वाक़या जो है वो सियालकोट के इलाका थाना फलोरा की हदूद में जोशन जट्टा एक गांव है वहां पर पेश आया, जो पूरा गांव इस वक्त जालिमों के साथ मिला हुआ है। और हमने सोचा कि इनकी आवाज़ जो है वो आला हुकाम तक पहुंचाई जाए, आला हुकाम रियासत तक पहुंचाई जाए। रियासत क्योंकि माँ का किरदार अदा करती है, लेकिन हम अक्सर औक़ात ऐसा देखते हैं कि रियासत इन लोगों के साथ, मजलूमों के साथ, गरीब लोगों के साथ सौतेली माँ जैसा सलूक भी करती हुई दिखाई देती है। तो खुददारा ये दरवाज़ा आपका खटखटा रहे हैं। उन्हें उम्मीद है अभी भी कि रियासत उनको इंसाफ फराहम करने में अपना किरदार अदा करेगी। नहीं तो उनके पास एक ऑप्शन है जो हर शख्स के पास मौजूद होती है, चाहे वो गरीब हो, अमीर हो, मजलूम हो, कोई भी हो, उसके पास एक दरवाज़ा होता है। अगर वो खटखटाता है तो वालिद तो वही सोच रहा है। उससे हमारी इससे कबल भी गुफ्तगू हुई, उसने कहा कि अगर यहाँ से नहीं मिलेगा तो हमें अल्लाह की ज़ात इंसाफ देगी। तो वो बेहतरीन इंसाफ करने वाला है।
ये ना हो कि कहीं जालिमों को आप कैफरे किरदार तक ना पहुंचाएं तो आप भी इस जुल्म की वजह से आप भी शिकंजे में आ जाएं। तो लिहाजा अपनी आवाम को, जिस मनसब पर आप बैठे हुए हैं आईजी पंजाब साहब, खास तौर पर आपके लिए भी हमारा पैगाम है, अपनी आवाम को इंसाफ फराहम करें। ठीक है, आप नई इमारतें बनाएं, पुलिस की तरक्कियां करें, उन्हें बेतहाशा नवाजें, लेकिन साथ साथ जो आपके लिए आपकी ड्यूटी में शामिल किए गए हैं काम, आपका फर्ज है कि लोगों को इंसाफ फराहम करने में आपने अपना किरदार अदा करना है, वो भी निभाएं। और ख़ास तौर पर वज़ीर आला पंजाब मरियम नवाज साहिबा इस केस का नोटिस लें, इन्हें इंसाफ फराहम करें ताकि इन्हें भी पता लग सके कि कोई दोहरा मेयार नहीं इंसाफ का, हर उस मजलूम को इंसाफ मिलता है जिसके साथ जुल्म हुआ होता है। तो ये जुल्म का शिकार वो ख़ानदान है जो अब एक वक्त की, दो वक्त की रोटी खाने से भी महरूम हो गए हैं सिर्फ खौफ व हिरास की वजह से। ये इतने खौफ व हिरास में मुब्तला हैं, ये कमाने के लिए अपने घर से बाहर नहीं निकलते कि कहीं जालिम ना आ जाए और इन्हें जो है वो इन्हें ना कत्ल कर दें। इनके भाई को तो पहले कत्ल कर दिया है, घर को कुंडियाँ लगा कर सोते हैं। तो लिहाजा ख्याल कीजिए। इस हवाले से जो भी अपडेट्स होंगी उससे भी आगाह करेंगे। तब तक के लिए अपने मेज़बान सलमान कुरैशी को इजाज़त दीजिए। अल्लाह निगहबान।